Hey there everyone, Vandana here and welcome to my YouTube channel। ਅੱਜ ਆਪਾਂ ਟਾਈਪਸ ਆਫ ਕੰਪਿਊਟਰਸ ਔਰ ਕੰਪਿਊਟਰਸ ਦੀਆਂ ਕਲਾਸੀਫਿਕੇਸ਼ਨਸ ਦੇ ਬਾਰੇ ਵਿੱਚ ਪੜਾਂਗੇ। ਹੁਣ ਇਹ ਜੋ ਤੁਹਾਨੂੰ ਇੱਕ ਡਾਇਗਰਾਮ ਵਿਜ਼ੀਬਲ ਹੈ ਕੰਪਿਊਟਰ ਨੂੰ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਦ ਵੈਰੀ ਫਸਟ ਇਜ਼ ਐਨਾਲੌਗ, ਸੈਕਿੰਡ ਇਜ਼ ਡਿਜੀਟਲ ਐਂਡ ਦ ਥਰਡ ਵਨ ਇਜ਼ ਹਾਈਬ੍ਰਿਡ। ਤੇ ਜੋ ਡਿਜੀਟਲ ਹੈ ਉਹ ਅੱਗੇ 5 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੀ ਗਈ ਹੈ। ਹੁਣ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਐਨਾਲੌਗ ਕੀ ਹੈ, ਡਿਜੀਟਲ ਕੀ ਹੁੰਦਾ ਹੈ ਤੇ ਹਾਈਬ੍ਰਿਡ ਕੀ ਹੈ। ਠੀਕ ਹੈ, ਦੇਖੋ ਬੇਸਿਕਲੀ ਜੋ ਐਨਾਲੌਗ ਹੈ ਉਹ ਕੀ ਹੈ, ਜੋ ਆਪਾਂ ਰੀਅਲ ਲਾਈਫ ਦੇ ਵਿੱਚ ਕੋਈ ਵੀ ਡੇਟਾ ਪ੍ਰੋਡਿਊਸ ਕਰਦੇ ਹਾਂ ਉਹ ਐਨਾਲੌਗ ਦੀ ਫਾਰਮ ਦੇ ਵਿੱਚ ਹੁੰਦਾ ਹੈ। ਐਗਜ਼ਾਮਪਲ, ਤੁਸੀਂ ਕਿਸੇ ਦੇ ਨਾਲ ਫੋਨ 'ਤੇ ਗੱਲ ਕਰ ਰਹੇ ਹੋ, ਮਤਲਬ ਤੁਸੀਂ ਕਦੀ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਦੇਖਿਆ ਹੋਏਗਾ, ਆਪਣੇ ਕੋਲ ਐਂ ਜੀ ਸਾਈਨ ਵੇਵ ਬਣਦੀ ਹੈ। ਠੀਕ ਹੈ, ਤੇ ਇਹ ਕਿਹਦੀ ਐਗਜ਼ਾਮਪਲ ਹੈ, ਐਨਾਲੌਗ ਦੀ। ਤੁਸੀਂ ਡਾਕਟਰ ਦੇ ਕੋਲ ECG ਕਰਾਉਣ ਜਾ ਰਹੇ ਹੋ, ਠੀਕ ਹੈ, ਤੇ ਉਹ ਵੀ ਐਨਾਲੌਗ ਦੀ ਹੀ ਐਗਜ਼ਾਮਪਲ ਹੈ। ਠੀਕ ਹੈ, ਡਿਜੀਟਲ ਦਾ ਕੀ ਹੁੰਦਾ ਹੈ, ਜੋ ਬਾਈਨਰੀ ਦੇ ਵਿੱਚ ਕੰਮ ਕਰਦਾ ਹੈ, ਦੈਟ ਇਜ਼ 0 ਤੇ 1। ਤੇ ਹਾਈਬ੍ਰਿਡ ਕੀ ਹੋ ਗਿਆ, ਇਹਨਾਂ ਦੋਨਾਂ ਦਾ ਕੰਬੀਨੇਸ਼ਨ। ਚਲੋ ਆਪਾਂ ਇਹਨਾਂ ਬਾਰੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਅੱਗੇ। ਤਾਂ ਵੈਰੀ ਫਸਟ ਇਜ਼ ਐਨਾਲੌਗ ਕੰਪਿਊਟਰ। ਤਾਂ ਉਹ ਕੀ ਕਹਿ ਰਿਹਾ ਕਿ ਐਨਾਲੌਗ ਕੰਪਿਊਟਰਸ ਆਰ ਡਿਜ਼ਾਈਨ ਟੂ ਪ੍ਰੋਸੈਸ ਦਾ ਐਨਾਲੌਗ ਡੇਟਾ। ਇਹ ਕੀ ਕਹਿ ਰਿਹਾ ਕਿ ਜੋ ਐਨਾਲੌਗ ਡੇਟਾ ਹੈ ਉਸਨੂੰ ਹੀ ਆਪਾਂ ਪ੍ਰੋਸੈਸ ਕਰਨਾ ਹੈ। ਠੀਕ ਹੈ, ਐਨਾਲੌਗ ਡੇਟਾ ਇਜ਼ ਕੰਟੀਨਿਊਸ ਡੇਟਾ ਦੈਟ ਚੇਂਜ ਕੰਟੀਨਿਊਸਲੀ ਐਂਡ ਕੈਨ ਨੋਟ ਹੈਵ ਡਿਸਕ੍ਰੀਟ ਵੈਲਿਊਜ਼। ਦੇਖੋ ਜੀ, ਇਹ ਕਹਿ ਰਿਹਾ ਕਿ ਇਹਦੇ ਵਿੱਚ ਡਿਸਕ੍ਰੀਟ ਵੈਲਿਊਜ਼ ਨਹੀਂ ਹੁੰਦੀਆਂ, ਬਟ ਇਹਦੇ ਵਿੱਚ ਕੀ ਹੈ, ਕੰਟੀਨਿਊਸ ਡੇਟਾ ਹੈ। ਹੁਣ ਦੇਖੋ ਡਿਸਕ੍ਰੀਟ ਵੈਲਿਊਜ਼ ਕੀ ਹੁੰਦੀਆਂ, ਲਿਮਿਟਿਡ। ਠੀਕ ਹੈ, ਲਿਮਿਟਿਡ। ਤੇ ਇਹ ਕਹਿ ਰਿਹਾ ਕੰਟੀਨਿਊਸ ਡੇਟਾ ਹੈ, ਜੋ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ, ਜਸਟ ਲਾਈਕ ਅ ਸਾਈਨ ਵੇਵ। ਠੀਕ ਹੈ, ਇਹਦੇ ਵਿੱਚ ਫਿਕਸ ਨਹੀਂ ਹੈ। ਜੇ ਆਪਾਂ 0 ਤੋਂ ਸ਼ੁਰੂ ਕਰੀਏ ਤਾਂ ਇਹਦੀ ਵੈਲਿਊ ਜੇ 1 ਹੈ ਤਾਂ ਇਹਦੀ ਵੈਲਿਊ 3 ਜਾਂ ਫਿਰ 4 ਹੋ ਸਕਦੀ ਹੈ। ਠੀਕ ਹੈ, ਤੇ ਚੇਂਜ ਹੁੰਦੀ ਜਾ ਰਹੀ ਹੈ। ਜਿੰਨਾ ਤੁਸੀਂ ਉੱਚਾ ਤੁਸੀਂ ਬੋਲੋਗੇ ਉਨਾ ਇਹਦਾ ਜੋ ਐਂਪਲੀਟਿਊਡ ਹੈ ਉਹ ਉੱਚਾ ਆਏਗਾ। ਜਿੰਨੀ ਤੇਜ਼ ਆਪਾਂ ਬੋਲਾਂਗੇ ਇਹਦੀ ਫ੍ਰੀਕੁਐਂਸੀ ਉਨੀ ਜ਼ਿਆਦਾ ਆਏਗੀ। ਠੀਕ ਹੈ, such as speed, temperature, pressure and current. The analog computers measure the continuous changes in physical quantity and generally render output as rendering on a dial or scale। ਫਿਰ ਇਹਨੂੰ ਮੈਜਰ ਕਿਵੇਂ ਕਰੋਗੇ, ਕਿਸੇ ਡਾਇਲ ਦੇ ਉੱਪਰ ਜਾਂ ਫਿਰ ਸਕੇਲ ਦੇ ਉੱਪਰ। ਜਿਵੇਂ ਆਪਾਂ ਨੇ ਉਰੇ ਇੱਕ ਗ੍ਰਾਫ ਸਕੇਲਿੰਗ ਦੀ ਹੈਲਪ ਨਾਲ ਇਹਨੂੰ ਮੈਜਰ ਕੀਤਾ ਕਿ ਕਿੰਨੀ ਹਾਈ ਫ੍ਰੀਕੁਐਂਸੀ ਜਾ ਰਹੀ ਹੈ। Analog computers directly accept the data from the measuring device without first converting it into the numbers and code। ਇਹ ਡਿਵਾਈਸ ਜੋ ਬੇਸਿਕਲੀ ਮੈਜਰ ਕਰ ਰਿਹਾ ਹੈ ਉਹ ਕੀ ਹੈ, ਐਨਾਲੌਗ ਡੇਟਾ ਹੈ। ਜਿਵੇਂ ਕਿ ਆਪਣਾ ਫੋਨ ਦੇ ਵਿੱਚ ਵੌਇਸ ਰਿਕਾਰਡਰ, ਠੀਕ ਹੈ, ਉਹ ਕਨਵਰਟ ਨਹੀਂ ਕਰ ਰਿਹਾ, ਜੋ ਆਪਾਂ ਬੋਲ ਰਹੇ ਹਾਂ ਉਹ ਜਸਟ ਉਸਨੂੰ ਐਨਾਲੌਗ ਦੀ ਫਾਰਮ ਦੇ ਵਿੱਚ ਹੀ ਦਿਖਾ ਰਿਹਾ ਹੈ। ਤੇ ਐਗਜ਼ਾਮਪਲ ਕੀ ਆ ਗਏ, ਸਪੀਡੋਮੀਟਰ ਐਂਡ ਮਰਕਰੀ ਥਰਮੋਮੀਟਰ ਆਰ ਦਾ ਐਗਜ਼ਾਮਪਲ ਆਫ ਐਨਾਲੌਗ ਕੰਪਿਊਟਰਸ। ਠੀਕ ਹੈ, ਜੋ ਆਪਣਾ ਸਪੀਡੋਮੀਟਰ ਹੈ ਤੇ ਮਰਕਰੀ ਵਾਲਾ ਜੋ ਪੁਰਾਣੇ ਥਰਮਾਮੀਟਰ ਹੁੰਦੇ ਸੀ ਇਹਦੇ ਵਿੱਚ ਪਾਰੇ ਵਾਲੇ, ਰਾਈਟ, ਜਿਹਦੇ ਵਿੱਚ ਨੰਬਰਿੰਗ ਹੁੰਦੀ ਸੀ, ਉਰੇ ਸਕੇਲ ਬਣਿਆ ਹੁੰਦਾ ਸੀ ਪੂਰਾ। ਤੇ ਇਹਦੇ ਵਿੱਚ ਆਪਾਂ ਮਰਕਰੀ ਦੇ ਅਕੋਰਡਿੰਗ ਦੇਖਦੇ ਸੀ ਕਿ ਕਿੰਨਾ ਟੈਂਪਰੇਚਰ ਹੈ। ਠੀਕ ਹੈ, ਉਹ ਵੀ ਕਿਹਦੇ ਐਗਜ਼ਾਮਪਲਸ ਹੈ, ਐਨਾਲੌਗ ਕੰਪਿਊਟਰਸ ਦੇ। ਓਕੇ, ਨੈਕਸਟ ਕੀ ਆ ਗਿਆ ਆਪਣੇ ਕੋਲ, ਡਿਜੀਟਲ ਕੰਪਿਊਟਰ। Digital computer is designed to perform the calculations and logical operations at high speed। Logical operations ਕੀ ਹੋ ਗਏ ਉਰੇ, ਇੱਥੇ ਆਪਾਂ conditional statements ਦੇ ਵਿੱਚ ਕੰਮ ਕਰਨਾ ਹੈ। ਜਿਵੇਂ ਅਗਰ ਕੱਲ ਬਾਰਿਸ਼ ਹੋਈ ਤਾਂ ਮੈਂ ਸਕੂਲ ਨਹੀਂ ਜਾਣਾ ਜਾਂ ਫਿਰ ਮੈਂ ਕਾਲਜ ਨਹੀਂ ਜਾਣਾ। ਠੀਕ ਹੈ, ਕੰਡੀਸ਼ਨ ਹੈ ਨਾ ਕਿ ਅਗਰ ਬਾਰਿਸ਼ ਹੋਈ ਤਾਂ ਐਸੀ ਸਿਚੁਏਸ਼ਨਸ ਦੇ ਵਿੱਚ ਜੋ ਡਿਜੀਟਲ ਕੰਪਿਊਟਰ ਹੈ ਉਹ ਵੈਲ ਐਂਡ ਗੁੱਡ ਕੰਮ ਕਰਦਾ ਹੈ। ਇਟ ਐਕਸੈਪਟ ਦਾ ਰੋ ਡੇਟਾ ਐਜ਼ ਡਿਜਿਟਸ। ਹੁਣ ਦੇਖੋ ਉਰੇ ਡਿਜਿਟਸ ਦੀ ਗੱਲ ਕਰ ਰਿਹਾ ਐਂਡ ਔਰ ਨੰਬਰਸ ਐਂਡ ਪ੍ਰੋਸੈਸਸ ਇਟ ਵਿਦ ਦਾ ਪ੍ਰੋਗਰਾਮ ਸਟੋਰਡ ਇਨ ਇਟਸ ਮੈਮਰੀ ਟੂ ਪ੍ਰੋਡਿਊਸ ਆਊਟਪੁੱਟ। ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦੀ ਆਪਣੇ ਕੋਲ ਡਾਇਗਰਾਮ ਸੀ। ਤੇ ਡਿਜੀਟਲ ਦੇ ਵਿੱਚ ਡਿਜੀਟਲ ਡੇਟਾ ਇਸ ਇਹ ਕੀ ਹੈ, ਸਕੁਆਇਰ ਫਾਰਮ। ਠੀਕ ਹੈ, ਜਿਵੇਂ ਦਿਸ ਇਜ਼ 1 ਤੇ ਦਿਸ ਇਜ਼ 0, ਦਿਸ ਇਜ਼ 1 ਤੇ ਦਿਸ ਇਜ਼ 0। ਇਸ ਫਾਰਮ ਦੇ ਵਿੱਚ 1 ਹੈ ਜਿਸ ਨੂੰ ਆਪਾਂ ਡਿਸਕ੍ਰੀਟ ਵੈਲਿਊਜ਼ ਕਹਿੰਦੇ, ਦੈਟ ਇਜ਼ 0 ਔਰ 1 ਦੇ ਫਾਰਮ ਵਿੱਚ ਡੇਟਾ ਆਏਗਾ। ਕੋਈ ਹੋਰ ਆਪਾਂ ਨੇ ਨੰਬਰਿੰਗ ਨਹੀਂ ਲੈਣੀ। ਇਹ ਬਾਈਨਰੀ ਡਿਜਿਟਸ ਦੇ ਉੱਪਰ ਕੰਮ ਕਰਦਾ, ਲਿਖਿਆ ਹੋਇਆ ਨਾ ਰੋ ਡੇਟਾ ਐਜ਼ ਡਿਜਿਟ। ਦਿਸ ਮੀਨਸ ਕਿ ਬਾਈਨਰੀ ਡਿਜਿਟ ਦੇ ਵਿੱਚ ਕੰਮ ਕਰਕੇ ਆਊਟਪੁੱਟ ਨੂੰ ਪ੍ਰੋਡਿਊਸ ਕਰੇ। All modern computers like the laptops and desktops that we use at home or the office are digital computers। ਠੀਕ ਹੈ, ਐਗਜ਼ਾਮਪਲ ਹੁਣ ਦੇਖੋ ਇਹਦੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਐਗਜ਼ਾਮਪਲ ਇਹ ਹੈ ਕਿ ਤੁਸੀਂ ਕੋਈ ਵਾਚ ਖਰੀਦਣੀ ਹੈ। ਠੀਕ ਹੈ, ਤੁਸੀਂ ਔਨਲਾਈਨ ਗਏ, ਉਹਦੇ ਵਿੱਚ 2 ਆਪਸ਼ਨਸ ਆ ਰਹੀ ਹੁੰਦੀਆਂ ਹੈ ਨਾ, ਕਿ ਐਨਾਲੌਗ ਵਾਚ ਲੈਣੀ ਹੈ ਜਾਂ ਫਿਰ ਤੁਸੀਂ ਡਿਜੀਟਲ ਲੈਣੀ ਹੈ। ਐਨਾਲੌਗ ਵਾਚ ਕਿਹੜੀ ਹੋਏਗੀ, ਉਹ ਜਿਹੜੀ ਆਪਾਂ ਪਹਿਨਦੇ ਹੁੰਦੇ ਸੀ, ਰਾਈਟ, ਸੂਈਆਂ ਵਾਲੀ, ਰਾਈਟ। ਤੇ ਡਿਜੀਟਲ ਦੇ ਵਿੱਚ ਕੀ ਹੁੰਦਾ ਹੈ, ਡਿਜੀਟਲ ਦੇ ਵਿੱਚ ਆਪਾਂ ਨੂੰ ਟਾਈਮ ਡਿਸਪਲੇ ਹੁੰਦਾ 7 ਸੈਗਮੈਂਟ ਕੋਡ ਦੀ ਹੈਲਪ ਨਾਲ, ਦਿਸ ਵਨ।
ਕਿ ਐਸਾ 8 ਹੁੰਦਾ ਇੱਕ ਡਿਜੀਟਲ ਫਾਰਮ ਦੇ ਵਿੱਚ। ਇਹ 8 ਕੀ ਕਰਦਾ ਹੈ 0 to 9 ਦੀ ਰੇਂਜ ਦੇ ਵਿੱਚ ਸਾਰੇ ਨੰਬਰ ਨੂੰ ਡਿਸਪਲੇ ਕਰ ਦਿੰਦਾ ਹੈ ਤੇ ਇਹ ਕੀ ਹੈ ਡਿਜੀਟਲ ਡੇਟਾ ਹੈ ਤੇ ਇਹਦੇ ਵਿੱਚ ਔਨ ਆਫ ਦੀ ਗੱਲ ਹੁੰਦੀ ਹੈ। ਤੇ ਦੇਖੋ ਨਾ ਅਗਰ ਮੈंने 1 बनाना इस सेट तो मैं ਇਹ ਵਾਲਾ ਸਾਈਡ ਜਾਂ ਫਿਰ ਇਹ ਵਾਲੀ ਸਾਈਡ ਇੱਕ ਰੱਖ ਲੂੰਗੀ ਤੇ 1 ਡਿਸਪਲੇ ਹੋ ਜਾਏਗਾ ਬਾਕੀ ਕੀ ਹੈ ਆਫ ਹੈ। ਸਪੋਜ਼ ਕਰੋ ਨਾ ਕਿ ਤੁਸੀਂ ਇੱਕ ਲਾਈਟ ਲੈ ਰੱਖੀ ਹੈ ਠੀਕ ਹੈ ਹੁਣ ਇਹ ਕੀ ਹੈ ਇਹ ਵਾਲੀ ਲਾਈਟ ਹੈ ਜੇ ਮੈਂ 1 ਕਰਨਾ ਹੈ ਤਾਂ ਮੈਂ ਇਹਨੂੰ ਵੀ ਔਨ ਕਰ ਦੂੰਗੀ ਤੇ ਇਹਨੂੰ ਵੀ ਔਨ ਕਰ ਦੂੰਗੀ ਤੇ ਮੈਨੂੰ 1 ਵਿਜ਼ੀਬਲ ਹੋਏਗਾ। क्लियर है इस तरह 0 to 9 तक सारे सारे डिजिट विजिबल हो जाएंगे डिजिटल कंप्यूटर ਦੇ ਵਿੱਚ। आई होप ਇਹ क्लियर होना। ਹੁਣ ਥਰਡ ਕੀ ਹੈ ਆਪਣਾ ਹਾਈਬ੍ਰਿਡ ਕੰਪਿਊਟਰਸ। ਦੇਖੋ ਹਾਈਬ੍ਰਿਡ ਕੀ ਕਹਿੰਦਾ ਹੈ ਕਿ ਜੋ ਐਨਾਲੌਗ ਕੰਪਿਊਟਰ ਦੀਆਂ ਫੀਚਰਸ ਹੈ ਤੇ ਡਿਜੀਟਲ ਕੰਪਿਊਟਰ ਦੇ ਜੋ ਫੀਚਰਸ ਹੈ ਉਹਨੂੰ ਕਲੱਬ ਕਰਕੇ ਇੱਕ ਨਵਾਂ ਕੰਪਿਊਟਰ ਡਿਵਾਈਸ ਬਣਾਇਆ ਗਿਆ ਜਿਸ ਨੂੰ ਆਪਾਂ ਕੀ ਕਹਿੰਦੇ ਆ ਹਾਈਬ੍ਰਿਡ ਕੰਪਿਊਟਰ। ਇਹ ਕੀ ਕਹਿ ਰਿਹਾ ਇਹਦੇ ਵਿੱਚ ਦੋਨਾਂ ਦੇ ਫੀਚਰਸ ਹੈ। ਇਹ ਫਾਸਟ ਹੈ ਐਨਾਲੌਗ ਕੰਪਿਊਟਰ ਦੀ ਤਰ੍ਹਾਂ ਪੂਰੇ ਕੀ ਲਿਖਾ ਹੋਇਆ ਹੈ ਐਂਡ ਐਕੂਰੇਟ ਕਿਵੇਂ ਹੈ ਡਿਜੀਟਲ ਕੰਪਿਊਟਰਸ ਦੀ ਤਰ੍ਹਾਂ। ਇਟ ਕੈਨ ਪ੍ਰੋਸੈਸ ਬਹੁਤ ਕੰਟੀਨਿਊਸ ਐਂਡ ਡਿਸਕ੍ਰੀਟ ਡੇਟਾ। ਇਹਦੇ ਵਿੱਚ ਕਿਹੜੇ ਦੋਨਾਂ ਤੇ ਗੱਲ ਹੋਏਗੀ ਠੀਕ ਹੈ। ਸੋ ਇਟ ਇਜ਼ ਵਾਈਡਲੀ ਯੂਜ਼ਡ ਇਨ ਸਪੈਸ਼ਲਾਈਜ਼ਡ ਐਪਲੀਕੇਸ਼ਨ ਵਿਦ ਦ ਬੋਥ ਐਨਾਲੌਗ ਐਂਡ ਡਿਜੀਟਲ ਡੇਟਾ ਇਜ਼ ਪ੍ਰੋਸੈਸ। ਜਦੋਂ ਦੋਨਾਂ ਦੀ ਨੀਡ ਹੈ ਨਾ ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ ਹਾਈਬ੍ਰਿਡ ਕੰਪਿਊਟਰ। ਹੁਣ ਇਹਦਾ ਐਗਜ਼ਾਮਪਲ ਕੀ ਹੈ ਦੇਖੋ ਹਸਪੀਟਲ ਦੇ ਵਿੱਚ ECG ਮਸ਼ੀਨ ਹੁਣ ਹਿਊਮਨ ਦਾ ਡੇਟਾ ਹੈ ਉਹ ਕੀ ਹੈ ਐਨਾਲੌਗ ਫਾਰਮ ਦੇ ਵਿੱਚ ਇਸ ਤਰ੍ਹਾਂ ਜੋ ਆਪਣੀ ਪਲਸ ਰੇਟ ਹੈ ਉਹ ਦਿਸ ਜਾ ਰਹੀ ਹੈ ਪਰ ਜੋ ਉਹਨਾਂ ਕੋਲ ਡਿਵਾਈਸ ਹੁੰਦਾ ਉਹਦੇ ਵਿੱਚ ਪਲਸ ਰੇਟ ਕਿਵੇਂ ਆਉਂਦੀ ਹੈ 90 69 ਕੁਛ ਠੀਕ ਹੈ ਕੁਛ ਵੀ ਲਗਾ ਲਓ 60 59 ਤੇ ਇਹ ਕੀ ਹੈ ਉਹਨੇ ਕਨਵਰਟ ਕਰਕੇ ਆਪਣਾ ਡਿਜੀਟਲ ਦੇ ਵਿੱਚ ਦੱਸਦਾ ਕਿ ਇਹ ਜੋ ਪਲਸ ਰੇਟ ਹੈ ਇਹਨੂੰ ਆਪਾਂ ਐਵੇਂ ਮੈਜਰ ਕਰਾਂਗੇ ਠੀਕ ਹੈ ਰਾਈਟ। ਤੇ ਇਹ ਕਿਹਦੀ ਐਗਜ਼ਾਮਪਲ ਹੋਗੀ ਹਾਈਬ੍ਰਿਡ ਕੰਪਿਊਟਰ ਦੀ। ਓਕੇ आई होप ਇਹ ਤੁਹਾਨੂੰ ਕਲੀਅਰ ਹੋਏਗਾ। ਅਗਰ ਕੋਈ ਡਾਊਟ ਹੈ ਤਾਂ ਕਮੈਂਟ ਦੇ ਵਿੱਚ ਲਿਖਿਓ ਆਪਾਂ ਇਹਨੂੰ ਸੋਲਵ ਕਰਾਂਗੇ ਡਿਟੇਲ ਦੇ ਵਿੱਚ। ਹੁਣ ਕੀ ਆ ਗਿਆ ਆਪਣੇ ਕੋਲ ਇਹਨਾਂ ਦਾ ਡਿਫਰੈਂਸ ਆ ਗਿਆ। ਦੇਖੋ ਜੀ ਦ ਸਪੀਡ ਆਫ ਦਿਸ ਕੰਪਿਊਟਰਸ ਇਜ਼ ਲੋ ਤੇ ਇਹਦੀ ਕੀ ਹੈ ਹਾਈ ਹੈ ਕਿਉਂਕਿ ਕੰਪਿਊਟਰ ਜੋ ਬਾਈਨਰੀ ਡਿਜਿਟਸ ਦੇ ਨਾਲ ਬਹੁਤ ਹੀ ਫਾਸਟਲੀ ਕੰਮ ਕਰਦਾ ਹੈ। ਇਹਦੇ ਵਿੱਚ ਕੰਟੀਨਿਊਸ ਵੈਲਿਊਜ਼ ਆ ਆਪਾਂ ਪੜ੍ਹ ਕੇ ਹੀ ਆਇਆ ਹੈ ਨਾ ਤੇ ਇਹਦੇ ਵਿੱਚ ਦੋ ਹੀ ਵੈਲਿਊਜ਼ ਹੁੰਦੇ ਦੈਟ ਇਜ਼ 0 ਤੇ 1 ਜਿਹਨੂੰ ਆਪਾਂ ਡਿਸਕ੍ਰੀਟ ਵੈਲਿਊਜ਼ ਕਹਿ ਰਹੇ ਹਾਂ। ਇਟ ਡਿਪੈਂਡਸ ਅਪੋਨ ਦ ਫਿਜ਼ੀਕਲ ਵੇਰੀਏਸ਼ਨ ਕਹਿੰਦਾ ਜੋ ਜਿੰਨੀ ਜ਼ਿਆਦਾ ਤੁਸੀਂ ਹਾਈ ਜਾਂ ਲੋ ਕਰੋਗੇ ਉਸ ਤੇ ਡਿਪੈਂਡ ਕਰਦਾ ਹੈ ਤੇ ਇਹ ਡਿਪੈਂਡ ਨਹੀਂ ਕਰਦਾ। ਐਨਾਲੌਗ ਕੰਪਿਊਟਰ ਪ੍ਰੋਵਾਈਡ ਦ ਲੈਸ ਐਕੂਰੇਟ ਰਿਜ਼ਲਟ ਕਹਿੰਦਾ ਲੈਸ ਐਕੂਰੇਟ ਰਿਜ਼ਲਟ ਹੈ। ਐਗਜ਼ਾਮਪਲ ਇਹ ਹੈ ਕਿ ਤੁਸੀਂ ਥਰਮਾਮੀਟਰ ਦੇ ਵਿੱਚ ਮੈਜਰ ਕਰ ਰਹੇ ਹੋ ਆਪਣਾ ਟੈਂਪਰੇਚਰ ਤੇ ਹੁਣ ਕੀ ਹੈ ਕਿ ਮਿਸਟੇਕ ਹੋ ਸਕਦੀ ਹੈ ਆਪਣੇ ਤੋਂ ਹੈ ਨਾ ਦੇਖਣ ਟਾਈਮ ਪਰ ਜਿਹੜੇ ਡਿਜੀਟਲ ਦੇ ਵਿੱਚ ਆਪਣਾ ਕੈਲਕੂਲੇਟ ਕਰ ਰਹੀ ਹਾਂ ਟੈਂਪਰੇਚਰ ਤਾਂ ਓਬਵੀਅਸਲੀ ਚੈੱਕ ਕਰੋ 97.6 ਹੈ ਦੇਖੋ 0.6 ਜਾਂ 0.4 ठीक है वो मेरे को बिल्कुल ही एक्यूरेट आएगा तो एक ही है ताई करके एक्यूरेट रिजल्ट प्रोड्यूस करता है। दे हैव द हाई पावर कंजम्पशन ज़्यादा पावर लेंदे हैं ये लो लेंदे हैं। दे आर यूज्ड इन द इंजीनियरिंग एंड द साइंटिफिक फील्ड कह रहे कि जिथे एक्सपर्ट बंदा होएगा वो यूज़ करेगा एनालॉग कंप्यूटर बट जो डिजिटल कंप्यूटर है वो हर जगह ते ही यूज़ किए जा रहे हैं। एनालॉग कंप्यूटर का नॉट ईजी टू यूज़ ईजी नहीं है यूज़ करना बट डिजिटल का बहुत ईजी है क्योंकि वो ह्यूमन फ्रेंडली ही है। ਹੁਣ ਦੇਖੋ जो आप पढ़ के आए सी ठीक है एक तो अपना हो गया कि एनालॉग क्या है डिजिटल क्या है और हाइब्रिड क्या है। ਹੁਣ ਆਪਣੇ ਕੋਲ ਅੱਗੇ ਆਇਆ ਕਿ ਡਿਜੀਟਲ ਦੀ ਅੱਗੇ ਕਲਾਸੀਫਿਕੇਸ਼ਨ ਦੇ ਰੱਖੀ ਹੈ ਜਿਹਨੂੰ ਆਪਾਂ 1 ਬਾय 1 ਪੜਾਂਗੇ ਠੀਕ ਹੈ। ਉਹਨੇ ਕਹਿ ਰਹੇ ਕਿ ਕੰਪਿਊਟਰ ਸਕੈਨ ਇਜ਼ ਬ੍ਰੌਡਲੀ ਕਲਾਸੀਫਾਈਡ ਬਾय देयर ਸਪੀਡ ਐਂਡ ਕੰਪਿਊਟਿੰਗ ਪਾਵਰਸ। ਉਹਨੂੰ ਕਲਾਸੀਫਾਈ ਕੀਤਾ ਸਪੀਡ ਦੇ ਤੇ ਕੰਪਿਊਟਿੰਗ ਪਾਵਰ ਦੇ ਅਕੋਰਡਿੰਗ। ਤਾਂ देखो फर्स्ट की है अपने को पर्सनल कंप्यूटर सेकंड क्या है वर्क स्टेशन थर्ड इज मिनी कंप्यूटर फोर्थ इज मेन फ्रेम एंड फिफ्थ इज सुपर कंप्यूटर ठीक है किस दे बेस ते स्पीड और कंप्यूटिंग पावर दे बेस ते। ਹੁਣ PC ਕੀ ਹੁੰਦਾ ਹੈ पर्सनल कंप्यूटर ਜਿਸ ਨੂੰ ਆਪਾਂ ਕੀ ਕਹਿੰਦੇ ਆ ਮਾਈਕਰੋ ਕੰਪਿਊਟਰ ਸਿੰਗਲ ਯੂਜ਼ਰ ਹੈ ਠੀਕ ਹੈ ਸਿੰਗਲ ਯੂਜ਼ਰ ਕੰਪਿਊਟਰ ਹੈਵਿੰਗ ਅ ਮੋਡਰੇਟਲੀ ਪਾਵਰਫੁਲ ਮਾਈਕਰੋ ਪ੍ਰੋਸੈਸਰ ਸਿੰਪਲ ਨਾਰਮਲ ਜਾਂ ਆਪਣੇ ਕੋਲ ਮਾਈਕਰੋ ਪ੍ਰੋਸੈਸਰ ਹੁੰਦਾ ਹੈ ਤੇ ਕਹਿ ਰਹੇ ਕਿ ਇਟ ਇਜ਼ ਟਰਮਡ ਐਜ਼ ਅ ਕੰਪਿਊਟਰ ਦੈਟ ਇਜ਼ ਇਕੁਇਪਡ ਮਾਈਕਰੋ ਪ੍ਰੋਸੈਸਰ ਐਜ਼ ਇਟ CPU कहते हैं CPU ਦੇ ਅੰਦਰ ਕੀ ਇੱਕ ਮਾਈਕਰੋ ਪ੍ਰੋਸੈਸਰ ਰਹਿੰਦਾ ਹੈ ਠੀਕ ਹੈ। ਪ੍ਰੋਸੈਸਰ ਜਿਵੇਂ ਆਪਾਂ ਕਹਿੰਦੇ ਆ ਨਾ ਆਪਾਂ ਲੈਪਟਾਪ ਖਰੀਦਣ ਚਾਹੁੰਦੇ ਹਾਂ ਤਾਂ ਆਪਾਂ ਕਹਿੰਦੇ ਆ Intel 7 i5 ਪ੍ਰੋਸੈਸਰ ਹੈ i7 ਪ੍ਰੋਸੈਸਰ ਹੈ ਠੀਕ ਹੈ ਓਕੇ। ਇਹ ਚੀਜ਼ ਵਰਕ ਸਟੇਸ਼ਨ ਕੀ ਹੁੰਦਾ ਹੈ ਇਹ ਵੀ ਸਿੰਗਲ ਯੂਜ਼ਰ ਕੰਪਿਊਟਰ ਹੀ ਹੈ ਸਿਮਿਲਰ ਟੂ PC ਬਟ ਇਹ ਥੋੜਾ ਜਿਹਾ ਪਾਵਰਫੁਲ ਮਾਈਕਰੋ ਪ੍ਰੋਸੈਸਰ ਇਹਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਠੀਕ ਹੈ। ਜਿੱਥੇ ਜ਼ਿਆਦਾ ਆਪਾਂ ਨੂੰ ਸਟੋਰੇਜ ਦੀ ਨੀਡ ਹੈ ਉੱਥੇ ਜ਼ਿਆਦਾ ਆਪਰੇਸ਼ਨਸ ਕਰਨੇ ਆ ਕੋਈ ਪਰਟੀਕੂਲਰ ठीक है डेटा के उपर तो भी आप यूज़ करांगे थोड़ा अच्छा वर्क स्टेशन जिसनों आप कह देंगे। देन आया मिनी मिनी की है मल्टी यूज़र देखो ये सिंगल सीगे तो एक ही है मल्टी यूज़र है जो कि कह रहे कैपेबल ऑफ स्टोरिंग हंड्रेड्स ऑफ यूजर्स साइमल्टेनियसली एक टाइम के उपर ना
ਸੈਂਕੜੇ ਲੋਕਾਂ ਨੂੰ ਸਪੋਰਟ ਕਰਦਾ ਹੈ ਕਿ ਕੰਮ ਕਰ ਸਕਦੇ हैं उसके ऊपर। देन आया मेन फ्रेम। मेन फ्रेम भी की है मल्टी यूज़र है जो कैपेबल ऑफ सपोर्टिंग 100 ऑफ यूजर साइमल्टेनियसली। सॉफ्टवेयर टेक्नोलॉजी ਇਹਦੇ ਵਿੱਚ ਥੋੜੀ ਜਿਹੀ ਡਿਫਰੈਂਟ ਹੈ ਐਜ਼ ਕੰਪੇਅਰ ਟੂ ਦ ਮਿਨੀ ਕੰਪਿਊਟਰਸ। then we have the सुपर कंप्यूटर। सुपर कंप्यूटर्स तो बहुत ज़्यादा फास्ट कंप्यूटर्स हैं, वो 100 और ऑफ मिलियन इंस्ट्रक्शंस ਨੂੰ पर ਸੈਕਿੰਡ ਦੇ ਵਿੱਚ ਐਗਜ਼ੀਕਿਊਟ ਕਰਦੇ ਆ, ਮਤਲਬ ਬਹੁਤ ਹੀ ਜ਼ਿਆਦਾ ਪਾਵਰਫੁਲ ਹੈਗੇ ਇਹ। हाँ जी, द वेरी फर्स्ट इज द माइक्रो कंप्यूटर्स। ये लीस्ट पावरफुल टाइप ऑफ कंप्यूटर्स, सब तो कट पावरफुल टाइप है, ठीक है, बट आर द मोस्ट वाइडली यूज्ड एंड ग्रोइंग इन द फास्टेस्ट रेट एंड ऑल्सो कॉल्ड द पोर्टेबल कंप्यूटर्स। देखो ये बड़ा इंपॉर्टेंट है, ये जो MCQs आएगा कि माइक्रो कंप्यूटर्स आर ऑल्सो नोन एज पोर्टेबल कंप्यूटर्स। पोर्टेबल की है जिसनों कैरी करना एक जगह तो दूसरी जगह बहुत ईजी है, ठीक है। ਹੁਣ ਤੁਸੀਂ ਇਹ ਦੇਖੋ ਕਿ ਟਾਈਪਸ ਆਫ ਮਾਈਕਰੋ ਕੰਪਿਊਟਰ ਦੇ ਵਿੱਚ ਕੀ ਤੁਹਾਡਾ ਫੋਨ, ਤੁਹਾਡਾ ਲੈਪਟਾਪ, ਠੀਕ ਹੈ, ਤੁਹਾਡਾ ਲੈਪਟਾਪ ਮੋਬਾਈਲ ਫੋਨ, ਤੇ ਇਹ ਕੀ ਹੈ ਮਾਈਕਰੋ ਕੰਪਿਊਟਰਸ ਦੇ ਅੰਦਰ। ਮਾਈਕਰੋ ਕੰਪਿਊਟਰ ਨੂੰ ਆਪਾਂ PC ਵੀ ਕਹਿ ਦਿੰਦੇ ਹਾਂ, ਪਰਸਨਲ ਕੰਪਿਊਟਰ, ਠੀਕ ਹੈ। ਹਾਰਡਵੇਅਰ ਪੈਰਾਫਿਲ ਕੈਨ ਬੀ ਅਟੈਚਡ ਈਜ਼ੀਲੀ, ਜਿਵੇਂ ਲੈਪਟਾਪ ਦੇ ਨਾਲ ਮੈਨੇ ਮਾਊਸ ਇੰਸਰਟ ਕਰਨਾ ਹੈ, ਕੀਬੋਰਡ ਇੰਸਰਟ ਕਰਨਾ ਹੈ, ਬਹੁਤ ਈਜ਼ੀਲੀ ਹੋ ਜਾਏਗਾ। ਇਹਦੇ ਵਿੱਚ ਕੀ ਕੀ ਇਨਕਲੂਡ ਹੁੰਦਾ, ਡੈਸਕਟਾਪ ਵੀ ਹੈ, ਲੈਪਟਾਪ ਵੀ ਹੈ, ਟੈਬਲੇਟ PCs, ਪਰਸਨਲ ਡਿਜੀਟਲ ਅਸਿਸਟੈਂਟ ਦੈਟ ਇਜ਼ PDA ਐਕਸੈਕਟਰਾ, ਠੀਕ ਹੈ, ਇਹਦੇ ਵਿੱਚ ਇਨਕਲੂਡ ਹੋ ਰਿਹਾ। ਹੁਣ ਦੇਖੋ ਕਲਾਸੀਫਿਕੇਸ਼ਨ ਦੇ ਵਿੱਚ ਆਪਾਂ ਦੇਖਿਆ ਕਿ ਵਰਕ ਸਟੇਸ਼ਨ ਕੀ ਹੈ। ਇਹ ਵਰਕ ਸਟੇਸ਼ਨ ਵੀ ਡੈਸਕਟਾਪ ਮਸ਼ੀਨ ਹੈ ਮੇਨਲੀ ਯੂਜ਼ਡ ਫॉर द इंटेंसिव जियोग्राफिकल एप्लीकेशंस। द प्रोसेसर स्पीड इज हायर दैन दैट ऑफ द पर्सनल कंप्यूटर। देखो जो प्रोसेसिंग स्पीड है ਇਹਦੇ ਵਿੱਚ ਹਾਇਰ ਹੈ ਐਜ਼ ਕੰਪੇਅਰ ਟੂ ਦ ਨੋਰਮਲ ਕੰਪਿਊਟਰ। ਜਿਵੇਂ ਮੇਰਾ ਨੋਰਮਲ ਲੈਪਟਾਪ ਹੈ, ਠੀਕ ਹੈ, ਤੇ ਜੇ ਹੁਣ ਕਿਸੇ ਨੇ ਗੇਮਸ प्ले करनी है, हाई मैमरी गेम्स, ठीक है, ਉਹਦੇ ਲਈ ਮੈਨੂੰ हाई प्रोसेसर चाहिए है। डिपेंडिंग ऑन मेरी रिक्वायरमेंट मेरी जो कन्फिगरेशन होएगी वो डिफरेंट होएगी। इस तरह कह रहे हैं कि जो यदि प्रोसेसर स्पीड है वो हाई होंगी है नॉर्मल कंप्यूटर तो। दे यूज सोफिस्टिकेटेड डिस्प्ले स्क्रीन फीचरिंग हाई रेजोल्यूशन कलर ग्राफिक्स, ठीक है, ग्राफिक्स ਇਹਦੇ बहुत अच्छे होंगे हैं। दे यूज फॉर द एग्जीक्यूटिंग न्यूमेरिक एंड द ग्राफिक इंटेंसिव एप्लीकेशन सच एज ਜਿਵੇਂ ਕਿ ਆਪਣਾ ਕੰਪਿਊਟਰ ਏਡਿਡ ਡਿਜ਼ਾਈਨ, ਠੀਕ ਹੈ, ਜੋ ਕਿ ਡਿਜ਼ਾਈਨਿੰਗ ਸੌਫਟਵੇਅਰ ਹੈ, ਇਹਦੇ ਲਈ ਆਪਾਂ ਨੂੰ ਵਰਕ ਸਟੇਸ਼ਨ ਦੀ ਨੀਡ ਹੈ। ਸਿਮੂਲੇਟ ਕਰਨਾ ਹੈ ਕੰਪਲੈਕਸ ਸਿਸਟਮਸ ਨੂੰ ਤੇ ਵਿਜ਼ੂਅਲਾਈਜ਼ ਕਰਨਾ ਹੈ ਰਿਜ਼ਲਟ ਆਫ ਦ ਸਿਮੂਲੇਸ਼ਨਸ, ਠੀਕ ਹੈ। ਓਕੇ, PC ਕੀ ਹੈ, ਜੋ ਘਰ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਹੋਮ ਕੰਪਿਊਟਰਸ ਵੀ ਕਹਿੰਦੇ ਹਾਂ। ਇਹ ਬਹੁਤ ਅਫੋਰਡੇਬਲ ਹੈ, ਠੀਕ ਹੈ, ਮਤਲਬ ਸਸਤੇ ਹੈ ਐਜ਼ ਕੰਪੇਅਰ ਟੂ ਦ ਵਰਕ ਸਟੇਸ਼ਨਸ। ਤੇ ਉਹ ਸੈਲਫ ਕੰਟੇਨਡ ਡੈਸਕਟਾਪ ਕੰਪਿਊਟਰ ਇੰਟੈਂਡ ਫॉर द इंडिविजुअल यूजर्स, ठीक है। कह रहे कि इंडिविजुअल यूजर उन्होंने बड़ी आराम नाल यूज़ कर सकता है, ठीक है। देन वी हैव लैपटॉप कंप्यूटर्स। लैपटॉप कंप्यूटर्स ਨੂੰ ਆਪਾਂ ਕੀ ਕਹਿੰਦੇ ਆ, ਨੋਟਬੁੱਕ ਕੰਪਿਊਟਰਸ, ਜੋ ਪੋਰਟੇਬਲ ਹੈ ਔਰ ਫੰਕਸ਼ਨਲ ਐਂਡ ਪਪੂਲਰ ਹੈ ਟਰੈਵਲ ਦੇ ਲਈ। ਦੇਖੋ ਜੇ ਤੁਸੀਂ ਟਰੈਵਲ ਕਰਨਾ ਹੈ ਤਾਂ ਓਬਵੀਅਸਲੀ ਲੈਪਟਾਪ ਨੂੰ ਕੈਰੀ ਕਰਨਾ ਬਹੁਤ ਆਸਾਨ ਹੈ, ਠੀਕ ਹੈ। ਤੇ ਇਹ ਕੀ ਹੈ, ਸੇਮ ਹੀ ਹੈ ਜਿਵੇਂ ਆਪਣੇ PC ਹੈ, ਬਟ ਇਹ ਹੈ ਕਿ ਵਾਇਰਲੈਸ ਹੈ, ਉਹ ਵਾਇਰਡ ਹੈ, ਓਕੇ। देन वी हैव अ PDA, that is personal digital assistants। एक ही है pen based computer uses a pen like stylus and accept the handwriting input directly on the screen। ਤੁਸੀਂ ਦੇਖਦੇ ਹੋ ਨਾ ਕਿ ਸਟਾਈਲਸ ਦੇ ਨਾਲ ਮੈਂ ਕੁਝ ਲਿਖਿਆ, ਠੀਕ ਹੈ, ਤੇ ਉਹ ਕੀ ਹੋ ਗਿਆ ਮੇਰਾ ਇੱਕ PDA ਹੋ ਗਿਆ, ਠੀਕ ਹੈ। ਤੇ ਇਹ ਕਹਿ ਰਿਹਾ ਕਿ ਨੋਰਮਲ ਹਿਊਮਨ ਦੀ ਹੈਂਡਰਾਈਟਿੰਗ ਹੈ ਜੋ ਉਹ ਐਜ਼ ਅ ਇਨਪੁਟ ਐਕਸੈਪਟ ਕੀਤੀ ਜਾਏਗੀ। ਨੰਬਰ 2, mainframe computer। A mainframe computer is usually slower, less powerful and less expensive than the super computer। चलो जब अपन सुपर कंप्यूटर पढ़ांगे तो अपन पता चलेगा, बट वो कह रहे हैं कि उस तो स्लोअर है, कट पावर ले रहे हैं, तो लेस एक्सपेंसिव है। इट इज़ वेरी लार्ज इन साइज विद अप्रॉक्सीमेटली 1000 स्क्वायर फीट एरिया ਦੇ ਵਿੱਚ ਆ ਰਿਹਾ ਹੈ। ਜੋ ਮੇਨ ਫਰੇਮ ਹੈ ਨਾ, कह रहे हैं कि मिलियन इंस्ट्रक्शन पर सेकेंड ਦੇ ਵਿੱਚ कैलकुलेट कर ਦਿੰਦਾ है, ठीक है। दिस इज़ वेरी इंपॉर्टेंट कि मिलियन इंस्ट्रक्शंस पर सेकेंड ਦੇ ਵਿੱਚ एग्जीक्यूट हो गए। more than 1000 remote workstation can be accommodated by a typical mainframe computers। वो वर्कस्टेशन पढ़ के आया, ठीक है, तो वो कह रहे हैं कि ਜਦੋਂ ਆਪਾਂ ਨੇ 1000 वर्कस्टेशन ਨੂੰ ਮਿਲਾ ਕੇ accommodate ਕੀਤਾ ਤੇ typical mainframe computer ਬਣ ਜਾਂਦਾ, ਮਤਲਬ ਬਹੁਤ ਪਾਵਰਫੁਲ ਹੈ, ਠੀਕ ਹੈ। ਤੇ ਕਿੱਥੇ ਕਿੱਥੇ ਯੂਜ਼ ਕਰਦੇ ਆਪਾਂ ਇਹਨੂੰ, ਬੈਂਕਸ ਦੇ ਵਿੱਚ ਤੇ ਹੋਰ ਵੀ ਕੋਈ ਜੋ ਬਿਜ਼ਨਸ ਐਕਟੀਵਿਟੀਜ਼ ਹੈ, ਠੀਕ ਹੈ, ਤੇ ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਤੇ ਮੈਨੀ ਮਾਡਰਨ ਮੇਨਫਰੇਮ ਹੈਵ ਦ ਮਲਟੀ ਪ੍ਰੋਸੈਸਿੰਗ ਕੈਪੇਬਿਲਿਟੀਜ਼। ਮਲਟੀ ਪ੍ਰੋਸੈਸਿੰਗ ਦਾ ਮਤਲਬ ਕੀ ਹੈ, ਜਿਵੇਂ ਆਪਣੀ ਮਸ਼ੀਨ ਦੇ ਵਿੱਚ ਇੱਕ ਪ੍ਰੋਸੈਸਰ ਹੈ, ਠੀਕ ਹੈ, ਤੇ ਮਲਟੀ ਪ੍ਰੋਸੈਸਿੰਗ ਦੇ ਵਿੱਚ ਕੀ ਮਲਟੀਪਲ ਪ੍ਰੋਸੈਸਰ, ਜਿਵੇਂ ਕਿ ਦਿਸ ਇਜ਼ ਪ੍ਰੋਸੈਸਰ 1, ਪ੍ਰੋਸੈਸਰ 2 ਤੇ ਪ੍ਰੋਸੈਸਰ 3। ਮਲਟੀਪਲ ਪ੍ਰੋਸੈਸਰ ਕੀ ਹੈ, ਇਕੱਠੇ ਰਹਿਣਗੇ ਤੇ ਉਹ ਬਹੁਤ ਜ਼ਿਆਦਾ ਪਾਵਰਫੁਲ ਕੰਪਿਊਟਰ ਬਣ ਜਾਏਗਾ।
ਇਹਦੇ ਐਗਜ਼ਾਮਪਲ ਹੈ IBM 4300 series, IBM 308X series and HP 920 etc. Okay. Then the third is the mini computer. देखो नाम है mini, ठीक है, क्योंकि ये देयर आर आल्सो जनरल पर्पस कंप्यूटर स्मॉलर देन द मेन फ्रेम कंप्यूटर। एक ये जो पहले ਵਿਚਾਲੇ ਦੇ ਕੰਪਿਊਟਰਸ ਸੀਗੇ that is the mini, तो ਕੀ ਹੋਇਆ ਕਿ ਆਪਣਾ ਜੋ ਸਾਈਜ਼ ਹੈ ਕੰਪਿਊਟਰ ਦਾ ਉਹ ਰਿਡਿਊਸ ਹੋ ਗਿਆ। ਠੀਕ ਹੈ, ਦੇਖੋ 1000 ਤੋਂ ਕਿੱਥੇ ਆ ਗਿਆ ਆਪਾਂ ਸਿਰਫ 10 ਸਕੁਆਇਰ ਫੀਟ ਆਫ ਏਰੀਆ ਦੇ ਵਿੱਚ ਆ ਗਏ। ਬਟ ਇਹਦੇ ਨਾਲ ਕੀ ਹੋਇਆ ਕਿ ਜੋ ਆਪਰੇਟਿੰਗ ਸਪੀਡ ਸੀ ਉਹ ਘੱਟ ਹੋ ਗਈ, ਘੱਟ ਬੈਕਅਪ ਹੈ, ਲਿਮਿਟਿਡ ਹਾਰਡਵੇਅਰ ਹੈ ਤੇ ਲੈਸ ਮੈਮਰੀ ਹੈ ਦੈਨ ਦ ਮੇਨ ਫਰੇਮਸ ਆਬਵੀਅਸਲੀ। ਠੀਕ ਹੈ ਨਾ, ਕਿ ਮਿਨੀ कंप्यूटर्स आर वेल अडेप्टेड फॉर फंक्शंस सच एज अकाउंटिंग, वर्ड प्रोसेसिंग। देखो नॉर्मली क्या है पुराने टाइम का डेस्कटॉप कंप्यूटर है वो एग्जाम्पल हो गया मिनी कंप्यूटर्स की। ਇਹਦੇ ਵਿੱਚ देखो माउस नहीं है अपने को अटैच है ना, ਤੇ ਇਹਦੇ ਵਿੱਚ ਆਪਾਂ ਸਿੰਪਲ ਕੋਈ ਵੀ ਸੌਫਟਵੇਅਰ ਦੇ ਉੱਪਰ ਕੰਮ ਕਰਨਾ ਹੈ ਜਿਵੇਂ ਕਿ ਕਾਊਂਟਿੰਗ ਦਾ ਕੁਝ ਕੰਮ ਕਰਨਾ ਹੈ ਜਾਂ ਵਰਡ ਪ੍ਰੋਸੈਸਿੰਗ ਕਰਨੀ ਹੈ, ਡੇਟਾਬੇਸ ਦੇ ਉੱਪਰ ਕੰਮ ਕਰਨਾ ਹੈ, ਤਾਂ ਇਹ ਈਜ਼ੀਲੀ ਵਰਕ ਕਰ ਦਿੰਦਾ ਸੀ। more than 50 terminals and large storage capacity device than the microcomputer but smaller than the mainframe computers। ठीक है जी, तो यदि एग्जांपल है प्राइम 9755। ओके, इजी। नेक्स्ट है सुपर कंप्यूटर। देखो नाम है सुपर कंप्यूटर, तो सुपर कंप्यूटर क्या है, फास्टेस्ट। ठीक है, फास्टेस्ट है, more powerful and most expensive computers, it has the ability to recover automatically from failures। तो ये ऐसा ਕੰਪਿਊਟਰ ਹੈ ਕੁਝ ਫੇਲਿਅਰ ਆਇਆ ਨਾ ਆਪੇ ਡਿਟੈਕਟ ਕਰ ਲੇਗਾ ਕਿ ਮੇਰੇ ਵਿੱਚ ਇਸ ਪਾਰਟ ਦੇ ਵਿੱਚ ਪ੍ਰੋਬਲਮ ਹੈ, ਇਹਨੂੰ ਰਿਪਲੇਸ ਕੀਤਾ ਜਾਏ। ਬਹੁਤ ਜ਼ਿਆਦਾ ਫਾਸਟ ਹੈ, ਪਾਵਰਫੁਲ ਹੈ ਤੇ ਬਹੁਤ ਮਹਿੰਗਾ ਵੀ ਹੈ ਸਾਈਮਲਟੇਨੀਅਸਲੀ। ਇਟ ਹੈਜ਼ ਦਾ ਐਬਿਲਿਟੀ ਟੂ ਸਪੋਰਟ ਸੈਵਰਲ ਗੀਗਾਬਾਈਟਸ ਆਫ ਰੈਮ। ਦੇਖੋ ਉੱਥੇ ਕੀ ਸੀਗਾ, ਗੀਗਾਬਾਈਟਸ ਆਫ ਰੈਮ ਦੀ ਗੱਲ ਕਰ ਰਹੇ ਹਾਂ, ਮਤਲਬ 2 raised to the power 30। देखो कितना ह्यूज बाइट्स मल्टीप्लाई बाय 8। ठीक है, इन्ने बाइट्स रैम यूज करता है। अनलाइक कन्वेंशनल कंप्यूटर विच हैव अ सिंगल प्रोसेसर, मतलब जिवें अपना लैपटॉप है जो प्रोसेस द वन इंस्ट्रक्शन एट टाइम, सुपर कंप्यूटर दे विच किया मल्टी प्रोसेसर्स और सीपीयूज दैट प्रोसेस मल्टीपल इंस्ट्रक्शन एट अ टाइम। बहुत सारे प्रोसेसर ਨੂੰ ਇਕੱਠਾ ਜੋੜਿਆ ਹੋਇਆ ਇੱਕ ਸੁਪਰ ਕੰਪਿਊਟਰ ਨਾਲ। ਦੇਖੋ ਬੇਸਿਕਲੀ ਸੁਪਰ ਕੰਪਿਊਟਰ ਕਿੱਥੇ ਕੰਮ ਕੀਤਾ ਜਾਏਗਾ, ਜਿਵੇਂ ਕਿ ਵੈਦਰ ਫੋਰਕਾਸਟ ਕਰਨਾ ਹੈ ਤੇ ਉੱਥੇ ਸੁਪਰ ਕੰਪਿਊਟਰ ਯੂਜ਼ ਕੀਤਾ ਜਾਏਗਾ, ਹੈ ਨਾ। ਆਪਾਂ ਦੇਖਦੇ ਨਾ ਕਿ ਕੱਲ ਬਾਰਿਸ਼ ਆਏਗੀ, ਉਹ ਕਿਹੜੇ ਕੰਪਿਊਟਰ ਕੰਮ ਕਰ ਰਿਹਾ, ਸੁਪਰ ਕੰਪਿਊਟਰ। ਜਦੋਂ ਸੈਟੇਲਾਈਟ ਦੀ ਲਾਂਚ ਕੀਤਾ ਜਾਂਦਾ ਆਪਾਂ ਨੂੰ, ਹੈ ਨਾ, ਸੈਟੇਲਾਈਟ ਨੂੰ ਲਾਂਚ ਕਰਨਾ ਹੈ, ਉੱਥੇ ਕਿਹੜੇ ਕੰਪਿਊਟਰ ਯੂਜ਼ ਕੀਤੇ ਜਾ ਰਹੇ, ਉੱਥੇ ਵੀ ਸੁਪਰ ਕੰਪਿਊਟਰ ਯੂਜ਼ ਕੀਤੇ ਜਾ ਰਹੇ। ਤਾਂ ਕੀ ਹੈ, ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਐਕੂਰੇਟ ਰਿਜ਼ਲਟ ਚਾਹੀਦੇ ਹੈ ਉੱਥੇ ਆਪਾਂ ਸੁਪਰ ਕੰਪਿਊਟਰ ਯੂਜ਼ ਕਰਾਂਗੇ। ਇਸ ਲਈ ਲਿਖਿਆ ਹੋਇਆ ਕਿ ਕਿੱਥੇ ਯੂਜ਼ ਕੀਤੇ ਜਾਂਦੇ ਆ, ਸਾਇੰਟੀਫਿਕ ਐਪਲੀਕੇਸ਼ਨਸ ਦੇ ਅੰਦਰ, ਜਿਵੇਂ ਕਿ ਐਰੋ ਡਾਇਨਾਮਿਕ ਡਿਜ਼ਾਈਨ ਸਿਮੂਲੇਸ਼ਨ and processing of the geological data, right। ਤੇ ਇਹਦੇ ਕੁਝ ਐਗਜ਼ਾਮਪਲ ਹੈ ਜਿਵੇਂ CRAE-1, CRAE-MP, ਠੀਕ ਹੈ, XRAE HITEC etc। ਓਕੇ, ਯਾਦ ਰੱਖਣਾ ਹੈ this is used in the weather forecasting। ਸੈਟੇਲਾਈਟ ਦਾ ਵਿੱਚ ਬੜਾ ਇੰਪੋਰਟੈਂਟ ਹੈ, ਇਹ ਆਪਣੇ ਪੰਜਾਬੀ ਦੇ ਵਿੱਚ ਨੋਟਸ, ਠੀਕ ਹੈ, ਸਕਰੀਨਸ਼ਾਟ ਦੇ ਸਕਦੇ ਹੋ ਇਹਦਾ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਹੈ ਜਾਂ ਫਿਰ ਪੜ੍ਹਨਾ ਹੈ। ਓਕੇ, ਦੈਨ ਆਪਣੇ ਕੋਲ ਕਲਾਸੀਫਿਕੇਸ਼ਨ ਬੇਸਡ ਔਨ ਕਨਫਿਗਰੇਸ਼ਨ। ਹੁਣ ਕਨਫਿਗਰੇਸ਼ਨ ਦੇ ਬੇਸ ਤੇ ਵੀ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਦੈਟ ਇਜ਼ ਅ ਸੁਪਰ, ਮੇਨ ਫਰੇਮ, ਮਿਨੀ ਤੇ ਮਾਈਕਰੋ। ਪਹਿਲੇ ਕਿਹਦੇ ਵਿੱਚ ਕੀਤਾ ਗਿਆ ਸੀ, ਸਪੀਡ ਦੇ ਉੱਪਰ। ਠੀਕ ਹੈ, ਤੇ ਇਹ ਕੀ ਹੈ, ਕਨਫਿਗਰੇਸ਼ਨ ਦੇ ਬੇਸਿਸ ਤੇ ਇਹ ਕਿਵੇਂ ਕਿਵੇਂ ਇੰਸਟਾਲ ਕੀਤਾ ਗਿਆ ਹੈ। ਓਕੇ, ਆਈ ਹੋਪ ਇਹ ਕਲੀਅਰ ਹੋਏਗਾ। ਕੋਈ ਡਾਊਟ ਹੈ ਤਾਂ ਫਿਰ ਕਮੈਂਟ ਬਾਕਸ ਦੇ ਵਿੱਚ ਲਿਖਿਓ, ਆਪਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਕਰਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮਚ ਫॉर ਵਾਚਿੰਗ।